स्टूडेंट्स वेलकम ऑन योर एजुकेशन। ਅਸੀਂ ਸਾਡਾ ਅਗਲਾ ਟੌਪਿਕ ਕਰਨ ਜਾ ਰਹੇ ਜੀ ਟਰਮਸ ਦਾ, ਜਿਹਦੇ ਨਾਲ ਰਿਲੇਟਡ ਸਾਰੇ ਦੋ ਪਾਰਟ ਹੋ ਚੁੱਕੇ ਨੇ ਪਹਿਲਾਂ। ਅੱਜ ਅਸੀਂ ਥਰਡ ਪਾਰਟ ਸਟਾਰਟ ਕਰਨ ਜਾ ਰਹੇ ਹਾਂ। ਫਸਟ ਹੈ ਦੇਖੋ ਇਲੈਜੀ। ਇਲੈਜੀ ਕੀ ਹੁੰਦਾ ਗਾ? ਇਹ ਹੁੰਦਾ ਕਿਸੇ ਵੀ ਮਤਲਬ ਸੈਡ ਪੋਇਮ ਹੁੰਦੀ ਹੈ, ਕਿਸੇ ਦੀ ਯਾਦ ਦੇ ਵਿੱਚ ਇੱਕ ਤਰ੍ਹਾਂ ਨਾਲ ਲਿਖੀ ਜਾਂਦੀ ਹੈ ਜਿਹੜੀ, ਹੈ ਨਾ। ਅ ਪਰਸਨ ਔਰ ਸੌਂਗ ਅ ਪੋਇਮ ਆਊਗਾ ਇੱਥੇ। A poem or song that expresses sadness, especially for somebody who has died। ਕਹਿੰਦੇ ਜੋ ਕਿ ਮਰ ਚੁੱਕਾ ਹੈਗਾ, ਹੈ ਨਾ, ਤਾਂ ਉਹਦੀ ਯਾਦ ਦੇ ਵਿੱਚ ਜਿਹੜੀ ਲਿਖੀ ਵੀ ਜਾਂਦੀ ਹੈਗੀ, ਕੋਈ ਵੀ ਪੋਇਮ ਲਿਖੀ ਜਾਂਦੀ ਆ ਜਾਂ ਕੋਈ ਸੌਂਗ ਹੁੰਦਾ ਗਾ, ਉਸ ਨੂੰ ਕੀ ਕਹਿੰਦੇ? ਐਲੀਜੀ ਬੋਲਿਆ ਜਾਂਦਾ। ਇਟ ਇਜ਼ ਐਨ ਇਮੋਸ਼ਨਲ ਪੋਇਮ। ਇਹ ਇੱਕ ਭਾਵਨਾਤਮਕ ਇਮੋਸ਼ਨਲ ਪੋਇਮ ਹੁੰਦੀ ਆ। ਐਗਜ਼ਾਮਪਲ ਦੇਖਦੇ ਹਾਂ ਅਸੀਂ ਇਹਦੀ। ਐਲਫਰਡ ਲਾਰਡ ਟੈਨੀਸਨ, ਉਹਦੀ ਲਿਖੀ ਹੋਈ ਸੀਗੀ ਇੱਕ ਇਨ ਮੈਮੋਰੀਅਮ। ਇਹ ਸੀ ਆਪਣਾ ਐਲੀਜੀ, ਐਲਫਰਡ ਲਾਰਡ ਟੈਨਸਨ ਦੀ ਲਿਖੀ ਹੋਈ ਸੀ। ਉਸ ਤੋਂ ਬਾਅਦ ਨੈਕਸਟ ਹੈ ਕ੍ਰੀਓਲ। ਕ੍ਰੀਓਲ ਕੀ ਹੁੰਦਾ ਗਾ? ਇਹ ਇੱਕ ਲੈਂਗੁਏਜ ਹੁੰਦੀ ਹੈ ਜਿਹੜੀ, ਹੈ ਨਾ, ਕਈ ਦੋ ਤਿੰਨ ਲੈਂਗੁਏਜਸ ਨੂੰ ਮਿਲਾ ਕੇ ਮਿਕਸਚਰ ਹੁੰਦਾ ਉਹਨਾਂ ਦਾ, ਬਣੀ ਹੋਈ ਹੁੰਦੀ ਆ। ਇਟ ਇਜ਼ ਅ ਲੈਂਗੁਏਜ that has developed from a mixture of different languages and has become the main language in the particular place। ਕਹਿੰਦੇ ਇਹ ਕੀ ਹੈਗੀ? ਕਈ ਡਿਫਰੈਂਟ ਲੈਂਗੁਏਜਸ ਨੂੰ ਮਿਲਾ ਕੇ ਮਿਕਸਚਰ ਬਣਿਆ ਹੋਇਆ ਹੈਗਾ ਇੱਕ, ਤੇ ਇਹ ਮਤਲਬ ਕੀ ਹੈਗਾ, ਫਿਰ ਉਹ ਕਿਸੇ ਪਰਟੀਕੂਲਰ ਪਲੇਸ 'ਤੇ ਇੱਕ ਮੇਨ ਲੈਂਗੁਏਜ ਬਣ ਜਾਂਦੀ ਆ। ਜਿਵੇਂ ਕਿ ਦੋ ਅਣਜਾਣ ਨੇ, ਹੈ ਨਾ, ਦੋ ਪਰਸਨ ਨੇ, ਉਹਨਾਂ ਨੂੰ ਕੋਈ ਲੈਂਗੁਏਜ ਜਿਹੜੀ ਪਰਟੀਕੂਲਰ ਪਲੇਸ 'ਤੇ ਉਹ ਰਹਿ ਰਹੇ ਨੇ, ਉਹਨਾਂ ਦੀ ਲੈਂਗੁਏਜ ਉਹਨੂੰ ਨਹੀਂ ਬੋਲਣੀ ਆਉਂਦੀ, ਬਟ ਕੀ ਹੈਗਾ, ਉਹਨਾਂ ਨੇ ਉਹਨਾਂ ਨੂੰ ਮਿਕਸਚਰ ਕਰ ਲੈਣਾ। ਉਹਨੂੰ ਉਹਦੀ ਲੈਂਗੁਏਜ ਨਹੀਂ ਆਉਂਦੀ, ਉਹਨੂੰ ਉਹਦੀ ਨਹੀਂ, ਇੱਕ ਦੂਜੇ ਦੀ ਲੈਂਗੁਏਜ ਨਹੀਂ ਜਾਣਦੇ ਹੈਗੇ, ਬਟ ਥੋੜ੍ਹੇ ਬਹੁਤੇ ਸ਼ਬਦ ਉਹਨੇ ਆਪਣੀ ਲੈਂਗੁਏਜ ਦੇ, ਥੋੜ੍ਹੇ ਬਹੁਤੇ ਉਹਦੀ ਦੇ, ਇਸ ਤਰ੍ਹਾਂ ਨਾਲ ਮਿਕਸਚਰ ਹੋ ਗਿਆ। ਤਾਂ ਲੈਂਗੁਏਜ ਦਾ ਜਦੋਂ ਮਿਕਸਚਰ ਕਰ ਲਿਆ ਉਹਨਾਂ ਨੇ, ਮਤਲਬ ਇੱਕ ਨਵੀਂ ਲੈਂਗੁਏਜ ਪੈਦਾ ਹੋਈ ਹੈ, ਹੈ ਨਾ, ਕ੍ਰੀਓਲ। ਤਾਂ ਉਹ ਲੈਂਗੁਏਜ ਨੂੰ ਯੂਜ਼ ਕਰਦੇ ਨੇ, ਥੋੜ੍ਹਾ ਬਹੁਤਾ ਉਹ ਸਮਝ ਲੈਂਦੇ ਨੇਗੇ ਇੱਕ ਦੂਜੇ ਨੂੰ, ਹੈ ਨਾ। ਤਾਂ ਇਹਨੂੰ ਕੀ ਬੋਲਿਆ ਜਾਂਦਾ? ਜਦੋਂ ਦੋ ਡਿਫਰੈਂਟ ਲੈਂਗੁਏਜਸ ਨੂੰ ਮਿਲਾ ਕੇ ਇੱਕ ਨਵੀਂ ਲੈਂਗੁਏਜ ਬਣ ਜਾਂਦੀ ਹੈਗੀ, ਤਾਂ ਉਹਨੂੰ ਅਸੀਂ ਕ੍ਰੀਓਲ ਕਹਿੰਦੇ ਹਾਂ। ਨੈਕਸਟ ਹੈ ਡਾਇਲੈਕਟ। ਡਾਇਲੈਕਟ ਕੀ ਹੁੰਦਾ ਗਾ? ਉਪਭਾਸ਼ਾ ਹੁੰਦੀ ਜਿਹਨੂੰ ਅਸੀਂ ਕਹਿੰਦੇ ਹੈਗੇ। ਤਾਂ ਅ ਫਾਰਮ ਆਫ ਅ ਲੈਂਗੁਏਜ ਦੈਟ ਇਜ਼ ਸਪੋਕਨ ਇਨ ਵਨ ਏਰੀਆ ਆਫ ਅ ਕੰਟਰੀ। ਕਿਸੇ ਵੀ ਦੇਸ਼ ਦੇ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਜਿਹੜੀ ਲੈਂਗੁਏਜ ਬੋਲੀ ਜਾਂਦੀ ਹੈਗੀ, ਉਹਨੂੰ ਡਾਇਲੈਕਟ ਬੋਲਿਆ ਜਾਂਦਾ ਗਾ। ਜਿਵੇਂ ਆਪਾਂ ਪੰਜਾਬ ਦੇ ਵਿੱਚ ਆਂਗੇ ਤਾਂ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਕਿੰਨੀਆਂ ਉਪਭਾਸ਼ਾਵਾਂ ਨੇ ਨਾ, ਮਾਝੀ, ਮਲਵਈ, ਦੁਆਬੀ। ਤਾਂ ਇਹ ਕੀ ਨੇ? ਸਾਰੀਆਂ ਸਾਡੀਆਂ ਡਾਇਲੈਕਟਸ ਨੇਗੀਆਂ, ਉਪਭਾਸ਼ਾਵਾਂ ਨੇਗੀਆਂ। ਇਸ ਤੋਂ ਬਾਅਦ ਲਿਰਿਕ। ਇਹ ਕੀ ਹੁੰਦਾ ਜੀ? ਇਟ ਇਜ਼ ਅ ਫਾਰਮਲ ਟਾਈਪ ਆਫ ਪੋਇਟਰੀ ਵਿਚ ਐਕਸਪ੍ਰੈਸਿਸ ਪਰਸਨਲ ਇਮੋਸ਼ਨਸ ਔਰ ਫੀਲਿੰਗਸ, ਟਿਪੀਕਲੀ ਸਪੋਕਨ ਇਨ ਦਾ ਫਸਟ ਪਰਸਨ। ਲਿਰਿਕ ਕੀ ਹੁੰਦਾ ਹੈ? ਫਸਟ ਪਰਸਨ ਦੇ ਵਜੋਂ ਹੀ ਲਿਖਿਆ ਜਾਂਦਾ, ਮਤਲਬ ਉਹਦੇ ਵਿੱਚ ਆਈ ਸ਼ਬਦ ਦਾ ਯੂਜ਼ ਕੀਤਾ ਜਾਂਦਾ ਹੈਗਾ, ਹੈ ਨਾ। ਕਹਿੰਦੇ ਇੱਕ ਇਹ ਫਾਰਮਲ ਜੀ ਟਾਈਪ ਹੈਗੀ ਪੋਇਟਰੀ ਦੀ ਹੈਗੀ, ਹੈ ਨਾ। ਇਹਦੇ ਵਿੱਚ ਕੀ ਆਪਣੇ ਇਮੋਸ਼ਨਸ, ਫੀਲਿੰਗਸ ਨੂੰ ਪੋਇਟ ਦੁਆਰਾ ਐਕਸਪ੍ਰੈਸ ਕੀਤਾ ਜਾਂਦਾ ਹੈਗਾ। ਉਹਨੂੰ ਆਪਣੀ ਜਗ੍ਹਾ, ਉਹਨੂੰ ਕੀ ਹੈਗਾ, ਇੱਕ ਫਸਟ ਪਰਸਨ ਦੀ ਜਗ੍ਹਾ 'ਤੇ ਰੱਖਦਾ ਹੈਗਾ ਆਪਣੇ ਆਪ ਨੂੰ, ਠੀਕ ਹੈ, ਉਹ ਜਦੋਂ ਵੀ ਉਹਦੇ ਵਿੱਚ ਲਿਖਿਆ ਜਾਂਦਾ ਹੈਗਾ। ਅੱਗੇ ਐਪਿਕ। ਐਪਿਕ ਕੀ ਹੁੰਦਾ ਗਾ? ਇੱਕ ਲੌਂਗ ਪੋਇਮ ਹੁੰਦੀ ਹੈ, ਠੀਕ ਹੈ, ਲੌਂਗ ਵਰਕ। ਐਨ ਐਪਿਕ ਪੋਇਮ ਇਜ਼ ਅ ਲੌਂਗ ਟਿਪੀਕਲੀ ਨੋਵਲ ਲੈਂਥ। ਕਹਿੰਦੇ ਇੱਕ ਇਹ ਲੌਂਗ ਹੁੰਦੀ ਹੈ, ਕਾਫੀ ਲੰਬੀ ਪੋਇਮ ਹੁੰਦੀ ਹੈਗੀ ਇਹ, ਜਿਹੜੀ ਕਿ ਖਾਸ ਤੌਰ 'ਤੇ ਕੀ ਹੁੰਦਾ, ਇੱਕ ਤਰ੍ਹਾਂ ਨਾਲ ਨੋਵਲ ਦੀ ਲੈਂਥ ਜਿੰਨੀ ਹੁੰਦੀ ਹੈਗੀ। ਪੋਇਟਿਕ ਹੁੰਦੀ ਹੈ, ਇਹ ਪੋਇਟਿਕ ਵਰਕ ਹੁੰਦਾ ਗਾ, ਮਤਲਬ ਕਿ ਰਿਦਮ ਦਾ ਧਿਆਨ ਰੱਖਿਆ ਜਾਂਦਾ ਇਹਦੇ ਵਿੱਚ। ਇਟ ਇਜ਼ ਅ ਟਾਈਪ ਆਫ ਨੈਰੇਟਿਵ ਪੋਇਮ। ਇਹ ਇੱਕ ਨੈਰੇਟਿਵ ਪੋਇਮ ਹੁੰਦੀ ਹੈ ਨਾ, ਸੰਬੋਧਨ ਕਰਕੇ ਲਿਖੀ ਜਾਂਦੀ, ਵਿਚ ਟੈਲਸ ਅ ਸਟੋਰੀ ਆਫ ਐਡਵੈਂਚਰ ਆਫ ਅ ਲੀਜੈਂਡਰੀ ਆਫ ਹਿਸਟੋਰੀਕਲ ਹੀਰੋ। ਕਹਿੰਦੇ ਇਹ ਇੱਕ ਇਸ ਤਰ੍ਹਾਂ ਦੀ ਪੋਇਮ ਹੁੰਦੀ ਹੈ ਜਿਹੜੀ ਕਿਸ ਨੂੰ ਨਰੇਟ ਕਰ ਰਹੀ ਹੁੰਦੀ ਹੈਗੀ, ਸਾਡੇ ਇਤਿਹਾਸ ਦੇ ਵਿੱਚ ਕੋਈ ਵੀ ਹੀਰੋ ਰਿਹਾ ਹੈ ਨਾ ਹਿਸਟਰੀ ਦੇ ਵਿੱਚ, ਤਾਂ ਉਹਦੇ ਇੱਕ ਲੈਜੈਂਡ ਪਰਸਨ ਨੇ ਜਿਹੜੇ, ਉਹਨਾਂ ਦੇ ਐਡਵੈਂਚਰ ਨੂੰ ਜਿਹੜੀ ਨਰੇਟ ਕਰ ਰਹੀ ਹੁੰਦੀ ਹੈ, ਉਹਨੂੰ ਐਪਿਕ ਬੋਲਿਆ ਜਾਂਦਾ ਹੈਗਾ। ਜਿਵੇਂ ਐਗਜ਼ਾਮਪਲ ਦੇਖਦੇ ਹਾਂ, ਲੀਓ ਟੋਲਸਟਾਏ ਨੇ ਕਿਹੜਾ ਐਪਿਕ ਲਿਖਿਆ ਸੀ ਜੀ? ਵਾਰ ਐਂਡ ਪੀਸ। ਵਾਰਸ ਨਹੀਂ ਹੋਗਾ, ਵਾਰ ਐਂਡ ਪੀਸ ਲਿਖਿਆ ਸੀ ਲੀਓ ਟੋਲਸਟਾਏ ਨੇ। ਫਿਰ ਅਸੀਂ ਦੇਖਦੇ ਹਾਂ ਨੈਰੇਟਿਵ ਕੀ ਹੁੰਦਾ। ਨੈਰੇਟਿਵ ਇਜ਼ ਦਾ ਬੇਸਿਸ ਆਫ ਸਟੋਰੀ ਟੈਲਿੰਗ। ਇਹ ਵੀ ਇੱਕ ਸਟੋਰੀ ਟੈਲਿੰਗ ਦਾ ਮਤਲਬ ਕਿ ਇਹਦੇ ਥਰੂ ਇੱਕ ਸਟੋਰੀ ਸੁਣਾਈ ਜਾਂਦੀ ਇੱਕ ਤਰ੍ਹਾਂ ਨਾਲ। These are oral or written accounts that connect related events or incidents for the purpose of entertaining। ਠੀਕ ਹੈ, ਇਹ ਜਾਂ ਤਾਂ ਇਹਨੂੰ ਔਰਲ ਮਤਲਬ ਸੁਣਾਈ ਜਾਂਦੀ ਹੈਗੀ, ਇੱਕ ਤਰ੍ਹਾਂ ਨਾਲ ਬੋਲ ਕੇ ਸੁਣਾਈ ਜਾਂਦੀ ਹੈਗੀ, ਜਾਂ ਫਿਰ ਰਿਟਨ ਫਾਰਮ ਵੀ ਹੁੰਦੀ ਹੈ, ਲਿਖਤੀ ਰੂਪ ਦੇ ਵਿੱਚ ਵੀ ਹੁੰਦੇ ਨੇਗੇ, ਜਿਹੜੇ ਕਿ ਅਲੱਗ-ਅਲੱਗ ਘਟਨਾਵਾਂ ਨੂੰ ਕੀ ਕਰ ਦਿੰਦੇ ਨੇ? ਕੋਰਿਲੇਟ ਕਰਦੇ ਨੇ, ਕਨੈਕਟ ਕਰਦੇ ਨੇ, ਠੀਕ ਹੈ, ਇੰਟਰਟੇਨਮੈਂਟ ਕਰਨ ਦੇ ਲਈ। ਤਾਂ ਨਰੇਟਿਵ ਕੀ ਹੁੰਦਾ? ਇੱਕ ਤਰ੍ਹਾਂ ਨਾਲ ਇਹ ਸਟੋਰੀ ਹੁੰਦੀ ਹੈਗੀ। ਨੈਕਸਟ ਦੇਖਦੇ ਜੀ ਕੰਕਰੀਟ। ਕੰਕਰੀਟ ਕੀ ਹੈ? ਦੇਖੋ, poetry in which poet's intent is conveyed by graphic patterns of letters, words and symbols rather than by the meaning of words in conventional arrangement। okay,
ਤਾਂ ਕੰਕਰੀਟ ਦੇ ਵਿੱਚ ਕੀ, ਕੰਕਰੀਟ ਦਾ ਮਤਲਬ ਕੀ ਹੁੰਦਾ, ਮੂਰਤ, ਜਿਹੜੀ ਚੀਜ਼ ਸਾਨੂੰ ਸਾਹਮਣੇ ਦਿਖ ਰਹੀ ਆ ਉਹ ਮਤਲਬ ਹੁੰਦਾ ਹੈਗਾ ਕੰਕਰੀਟ ਹੈਗੀ। ਤਾਂ ਇਹਦੇ ਵਿੱਚ ਕੀ ਹੈਗਾ, ਸਾਨੂੰ ਜੋ ਵੀ ਸਟੋਰੀ ਦੱਸਣੀ ਹੈਗੀ, ਰਾਈਟਰ ਦਾ ਜੋ ਵੀ ਉਹਨੇ ਪੋਇਮ ਲਿਖਣੀ ਹੈ ਜਾਂ ਪੋਇਟ ਨੇ, ਹੈ ਨਾ, ਤਾਂ ਉਹਦੇ ਵਿੱਚ ਕੀ ਹੈਗਾ, ਉਹਨੂੰ ਇੱਕ ਸਿਰਫ ਤੇ ਸਿਰਫ ਸ਼ਬਦਾਂ ਦੇ ਵਿੱਚ ਲਿਖਣ ਦੀ ਬਜਾਏ ਉਹਨੂੰ ਇਸ ਤਰ੍ਹਾਂ ਨਾਲ ਪੇਸ਼ ਕੀਤਾ ਜਾਂਦਾ, ਗ੍ਰਾਫਿਕ ਦੇ ਤੌਰ ਤੇ, ਹੈ ਨਾ, ਮਤਲਬ ਬਣਾ ਕੇ ਪਿਕਚਰ ਦੇ ਥਰੂ ਪੇਸ਼ ਕੀਤਾ ਜਾਂਦਾ, ਜਿਹਦੇ ਨਾਲ ਕਿ ਅਸੀਂ ਈਜ਼ੀਲੀ ਉਹਨੂੰ ਸਿੱਖ ਲੈਂਦੇ ਹੈਗੇ ਚੀਜ਼ ਨੂੰ। ਤਾਂ ਬਹੁਤ ਜ਼ਿਆਦਾ ਇੰਟਰਟੇਨਿੰਗ ਵੀ ਹੁੰਦੀ ਹੈ ਇਹ, ਹੈ ਨਾ, ਤੇ ਇੰਟਰਸਟਿੰਗ ਵੀ ਹੁੰਦੀ ਹੈਗੀ। ਤੇ ਇਹਦੇ ਵਿੱਚ ਕੀ ਕੀਤਾ, ਕਹਿੰਦੇ ਜਿਵੇਂ ਕਿ ਪੋਇਮ ਆ, ਅਸੀਂ ਕੋਈ ਪੋਇਮ ਲਿਖਣੀ ਹੈਗੀ, ਟਰੀ ਦੇ ਉੱਪਰ ਪੋਇਮ ਲਿਖਣੀ ਹੈ, ਅਸੀਂ ਪੋਇਮ ਔਨ ਟਰੀ, ਕੰਮਾ ਨਹੀਂ ਹੈਗਾ ਇੱਥੇ, ਟਰੀ ਦੇ ਉੱਪਰ ਪੋਇਮ ਲਿਖਣੀ ਹੈਗੀ। ਤਾਂ ਫਿਰ ਦੈਨ ਕੀ ਹੈਗਾ, ਹੀ ਰਾਈਟਸ ਪੋਇਟਰੀ ਲਾਈਕ ਦੈਟ, ਉਹ ਮਤਲਬ ਕੀ ਹੈਗਾ, ਇੱਕ ਤਰ੍ਹਾਂ ਨਾਲ ਜਿਹੜੇ ਪੋਇਮ ਪੋਇਟਰੀ ਲਿਖਦਾ ਹੈਗਾ ਨਾ, ਟਰੀ ਬਣਾ ਕੇ ਹੀ ਪੋਇਟਰੀ ਲਿਖੀ ਜਾਊਗੀ, ਜਿਸ ਤਰ੍ਹਾਂ ਟਰੀ ਦੀ ਸ਼ੇਪ ਜੀ ਹੁੰਦੀ ਹੈ ਐਵੇਂ ਦੀ, ਐਵੇਂ ਜਿਹੀ, ਹੈ ਨਾ, ਤਾਂ ਐਵੇਂ ਜਿਹੀ ਸ਼ੇਪ ਬਣਾ ਕੇ ਹੀ ਕੀ ਹੈਗਾ ਉਹ ਪੋਇਟਰੀ ਲਿਖੀ ਜਾਂਦੀ ਹੈਗੀ ਪੋਇਟ ਦੇ ਦੁਆਰਾ, ਜਿਹਨੂੰ ਕਿ ਅਸੀਂ ਕੰਕਰੀਟ ਬੋਲਦੇ ਹਾਂ। ਮਤਲਬ ਸਾਨੂੰ ਪਿਕਚਰ, ਸਾਨੂੰ ਇੱਕ ਪੈਟਰਨ ਪੇਸ਼ ਕਰ ਦਿੱਤਾ ਹੈਗਾ ਗ੍ਰਾਫਿਕ ਦੇ ਥਰੂ, ਤਾਂ ਉਹਦੇ ਉੱਤੇ ਜਿੱਦਾਂ ਦਾ ਪੈਟਰਨ ਹੈਗਾ, ਜਿੱਦਾਂ ਦਾ ਉਹਦਾ ਕੋਈ ਸਬਜੈਕਟ ਮੈਟਰ ਹੈਗਾ ਗਾ, ਉਸੇ ਤਰ੍ਹਾਂ ਦਾ ਪੈਟਰਨ ਦੇ ਵਿੱਚ ਉਹਨੂੰ ਕੀ ਹੈਗਾ ਉਹ ਲਿਖਿਆ ਜਾਂਦਾ ਹੈਗਾ, ਉਹਨੂੰ ਕੰਕਰੀਟ ਬੋਲਦੇ ਆ। ਜਿਵੇਂ ਅੱਜ ਕੱਲ੍ਹ ਅਸੀਂ ਵੇਖਦੇ ਹੀ ਹੁੰਦੇ ਹੈਗੇ, ਕਮੈਂਟਸ ਦੇ ਵਿੱਚ ਵੀ ਦੇਖਦੇ ਆਂਗੇ, ਜੇ ਕਿ ਕੋਈ ਕਿਸੇ ਦੀ ਪਿਕਚਰ ਬਣਾਉਣੀ ਹੈ ਤਾਂ ਉਹ ਕੀ ਹੈਗਾ, ਇੱਦਾਂ ਹੀ ਬਣਾਈ ਜਾਂਦੀ ਹੈਗੀ, ਹੈ ਨਾ, ਉਹ ਐਲਫਾਬੈਟ ਦੇ ਵਿੱਚ ਹੀ ਪੂਰੀ ਦੀ ਪੂਰੀ ਪਿਕਚਰ ਬਣਾ ਦਿੰਦੇ ਨੇ, ਕੋਈ ਇਮੋਜੀ ਦੇ ਥਰੂ ਸਾਰੀ ਪਿਕਚਰ ਬਣਾ ਦਿੱਤੀ ਜਾਂਦੀ ਹੈ, ਤਾਂ ਉਹ ਗ੍ਰਾਫਿਕਸ ਦੇ ਥਰੂ ਹੈ। ਇਸ ਤਰ੍ਹਾਂ ਨਾਲ ਕੰਕਰੀਟ ਵੇ ਦੇ ਨਾਲ ਆਪਣੇ ਜਿਹੜੇ ਐਕਸਪ੍ਰੈਸ਼ਨ ਦਿੱਤੇ ਜਾਂਦੇ ਨੇਗੇ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਡਰਾਮੈਟਿਕ ਪੋਇਟਰੀ। ਡਰਾਮੈਟਿਕ ਪੋਇਟਰੀ ਕੀ ਹੁੰਦੀ ਹੈਗੀ, ਜਿਹੜੀ ਡਰਾਮਾ ਦੇ ਨਾਲ ਰਿਲੇਟਡ ਪੋਇਟਰੀ ਹੁੰਦੀ ਹੈ। ਇਟ ਇਜ਼ ਅ ਫਾਰਮ ਆਫ ਪੋਇਟਰੀ ਦੈਟ ਇਜ਼ ਰਿਟਨ ਇਨ ਵਰਸ ਐਂਡ ਮੀਟ ਟੂ ਬੀ ਮਿੰਟ ਟੂ ਬੀ ਰਿਸਾਈਟਡ ਇਨ ਪੀਪਲ ਔਰ ਐਕਟਡ ਆਊਟ। ਠੀਕ ਹੈ, ਇਹ ਕੀ ਹੁੰਦੀ ਹੈਗੀ, ਕਹਿੰਦੇ ਇੱਕ ਪੋਇਟਰੀ ਹੁੰਦੀ ਹੈਗੀ ਜਿਹੜੀ ਕਿ ਵਰਸ ਦੇ ਰੂਪ ਵਿੱਚ ਲਿਖੀ ਜਾਂਦੀ ਹੈ। ਵਰਸ ਕੀ ਦੇਖੇ ਸੀ ਆਪਾਂ, ਪੋਇਮਸ ਦੇਖੇ ਸੀ ਨਾ, ਲਾਈਨਾਂ ਹੁੰਦੀਆਂ ਨੇਗੀਆਂ ਉਹਦੀਆਂ, ਤਾਂ ਉਸ ਤਰ੍ਹਾਂ ਨਾਲ ਮਤਲਬ ਜਿਹੜੇ ਵੀ ਸਟੂਡੈਂਟ ਹੁੰਦੇ ਨੇਗੇ ਜਾਂ ਹੈ ਨਾ, ਉਹਨਾਂ ਨੂੰ ਕੀ ਰਿਸਾਈਟ ਕਰਵਾਈ ਜਾਂਦੀ ਹੈਗੀ, ਜਿਹੜੀ ਕਿ ਡਰਾਮੈਟਿਕ ਪੋਇਟਰੀ ਹੁੰਦੀ ਹੈਗੀ। ਓਕੇ, ਉਹ ਉਹਨੂੰ ਬੋਲ ਕੇ ਮਤਲਬ ਉਹਦਾ ਪਰਪਸ ਕੀ ਹੈਗਾ, ਉਹਨੂੰ ਰਿਸਾਈਟ ਕਰਵਾਉਣਾ ਸਟੂਡੈਂਟਸ ਨੂੰ। ਨੈਕਸਟ ਹੈਗੀ ਪ੍ਰੋਜ਼। ਪ੍ਰੋਜ਼ ਕੀ ਹੁੰਦਾ ਹੈਗਾ, ਪ੍ਰੋਜ਼ ਰੈਫਰਸ ਟੂ ਐਨੀ ਰਿਟਨ ਵਰਕ ਦੈਟ ਫੋਲੋਜ਼ ਔਰ ਗ੍ਰਾਮੈਟੀਕਲ ਸਟਰਕਚਰ ਫੋਲੋਜ਼। ਪ੍ਰੋਜ਼ ਕੀ ਹੁੰਦਾ ਹੈਗਾ, ਕਹਿੰਦੇ ਇੱਕ ਰਿਟਨ ਵਰਕ ਹੁੰਦਾ ਹੈਗਾ, ਇਹ ਵੀ ਲਿਖਤੀ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈਗਾ, ਜਿਹੜਾ ਕਿ ਉਹਦੇ ਵਿੱਚ ਪੂਰੀ ਤਰ੍ਹਾਂ ਨਾਲ ਗ੍ਰਾਮੈਟਿਕ ਸਟਰਕਚਰਸ ਨੇ, ਗ੍ਰਾਮੈਟੀਕਲ ਰੂਲਸ ਨੇ ਜਿਹੜੇ ਉਹਨਾਂ ਨੂੰ ਫੋਲੋ ਕੀਤਾ ਜਾਂਦਾ। ਦਿਸ ਸਟੈਂਡਸ ਆਊਟ ਫॉर्म्स ਵਰਕ ਪੋਇਟਰੀ ਵਿਚ ਫੋਲੋਜ਼ ਅ ਮੈਟ੍ਰਿਕਲ ਸਟਰਕਚਰ। ਕਹਿੰਦੇ ਇਹ ਕੀ ਹੁੰਦਾ ਹੈਗਾ, ਜਿਹੜਾ ਪ੍ਰੋਜ਼ ਹੁੰਦਾ ਹੈਗਾ ਉਹ ਆਪਣਾ ਪੋਇਮ ਤੋਂ ਅਲੱਗ ਹੁੰਦਾ ਹੈਗਾ। ਠੀਕ ਹੈ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜਿੱਦਾਂ ਪੋਇਟਰੀ ਦੀ ਤਰ੍ਹਾਂ ਮਤਲਬ ਉਹਦੇ ਵਿੱਚ ਸਟੈਂਜਾਸ ਹੁੰਦੇ ਨੇਗੇ ਨਾ, ਮੈਟ੍ਰਿਕਲ ਸਟਰਕਚਰ ਯੂਜ਼ ਕੀਤਾ ਜਾਂਦਾ ਗਾ, ਸੁਰ ਲੈ ਤਾਲ ਰਿਦਮ ਦਾ ਧਿਆਨ ਰੱਖਿਆ ਜਾਂਦਾ, ਤਾਂ ਬਟ ਪ੍ਰੋਜ਼ ਦੇ ਵਿੱਚ ਕੀ ਹੈਗਾ, ਪੋਇਟਰੀ ਵਰਕਸ ਤੋਂ ਅਲੱਗ ਤੋਂ ਹੁੰਦਾ ਹੈਗਾ ਇਹ। ਅੱਗੇ ਅਸੀਂ ਵੇਖਦੇ ਹਾਂ ਫਿਕਸ਼ਨ। ਫਿਕਸ਼ਨ ਕੀ ਹੁੰਦਾ ਜੀ, ਇਹ ਇੱਕ ਤਰ੍ਹਾਂ ਨਾਲ ਸਟੋਰੀਜ਼ ਹੁੰਦਾ, ਜਿੱਦਾਂ ਨਾਵਲਸ ਲਿਖੇ ਜਾਂਦੇ ਨੇਗੇ। ਠੀਕ ਹੈ, ਸਟੋਰੀਜ਼ ਔਰ ਨਾਵਲਸ ਐਟਸੈਟਰਾ ਵਿਚ ਡਿਸਕ੍ਰਾਈਬਸ ਇਵੈਂਟਸ ਐਂਡ ਪੀਪਲ ਦੈਟ ਇਜ਼ ਨਾਟ ਅ ਰੀਅਲ। ਫਿਕਸ਼ਨ ਦੇ ਵਿੱਚ ਕਹਿੰਦੇ ਕਿ ਕਾਲਪਨਿਕ ਹੁੰਦੇ ਨੇਗੇ, ਇਹ ਇਮੈਜਿਨਰੀ ਫਾਰਮ ਹੁੰਦੀ ਹੈਗੀ ਇਹ ਰਿਟਨ ਰਾਈਟਿੰਗ ਦੀ। ਤਾਂ ਇਹਦੇ ਵਿੱਚ ਕੀ ਹੈਗਾ, ਕੋਈ ਵੀ ਸਟੋਰੀਜ਼ ਲਿਖੀ ਜਾਂਦੀ ਹੈ, ਕੋਈ ਨਾਵਲ ਲਿਖਿਆ ਜਾਂਦਾ ਜਿਹੜਾ ਕਲਪਨਾ ਦੇ ਆਧਾਰਿਤ ਹੁੰਦਾ, ਜਿਹੜਾ ਕਿ ਅਸਲ ਦੇ ਐਕਚੁਅਲ ਦੇ ਵਿੱਚ ਉੱਦਾਂ ਦਾ ਨਹੀਂ ਹੁੰਦਾ ਗਾ, ਬਟ ਕਾਲਪਨਿਕ ਗੱਲਾਂ ਇਹਦੇ ਵਿੱਚ ਲਿਖੀਆਂ ਜਾਂਦੀਆਂ ਨੇ। ਲਿਟਰੇਚਰ ਕ੍ਰੀਏਟਡ ਫਰੋਮ ਇਮੈਜੀਨੇਸ਼ਨ, ਆਪਣੀ ਕਲਪਨਾ ਤੋਂ ਹੀ ਲਿਟਰੇਚਰ ਕ੍ਰੀਏਟ ਕੀਤਾ ਜਾਂਦਾ ਗਾ, ਹੈ ਨਾ, ਉਹਨੂੰ ਅਸੀਂ ਬੋਲਦੇ ਹਾਂ ਫਿਕਸ਼ਨ। ਇਸ ਤੋਂ ਬਾਅਦ ਨਾਨ ਫਿਕਸ਼ਨ। ਨਾਨ ਫਿਕਸ਼ਨ ਹੁਣ ਨਾਮ ਤੋਂ ਪਤਾ ਲੱਗ ਰਿਹਾ ਜੇ ਉਹ ਕਾਲਪਨਿਕ ਸੀ, ਇਟ ਮੀਨ ਜੇ ਰੀਅਲ ਇਵੈਂਟਸ ਤੇ ਰਿਲੇਟਡ ਹੋਏਗਾ ਨਾਲ, ਹੈ ਨਾ। ਇਟ ਰੈਫਰਸ ਟੂ ਲਿਟਰੇਚਰ ਬੇਸਡ ਔਨ ਫੈਕਟ, ਰੀਅਲ ਇਵੈਂਟਸ ਐਂਡ ਪੀਪਲ। ਠੀਕ ਹੈ, ਤਾਂ ਇਹ ਕੀ ਹੈਗਾ, ਕਹਿੰਦੇ ਇਹੋ ਜਿਹਾ ਲਿਟਰੇਚਰ ਹੁੰਦਾ ਜਿਹੜਾ ਕਿ ਫੈਕਟਸ, ਤੱਥਾਂ ਤੇ ਆਧਾਰਿਤ ਹੁੰਦਾ ਗਾ, ਰੀਅਲ ਇਵੈਂਟਸ ਉਹਦੇ ਵਿੱਚ ਸੱਚਾਈ ਦੀਆਂ ਘਟਨਾਵਾਂ ਹੁੰਦੀਆਂ ਨੇ, ਹੈ ਨਾ, ਸੱਚਾਈ ਜਿਹੜੇ ਲੋਕਾਂ ਦੀ ਹਿਸਟਰੀ ਜਿਹੜੀ ਹੈਗੀ ਉਹ ਦੱਸੀ ਜਾਂਦੀ ਹੈ, ਤਾਂ ਉਹ ਸੱਚਾਈ ਦੇ ਆਧਾਰਿਤ ਦੱਸੀ ਜਾਂਦੀ ਹੈ। ਇਹਦੇ ਕੀ ਐਗਜ਼ਾਮਪਲ, ਜਿਵੇਂ ਬਾਇਓਗ੍ਰਾਫੀ, ਕਿਸੇ ਦੀ ਬਾਇਓਗ੍ਰਾਫੀ ਲਿਖਣੀ ਤਾਂ ਉਹਦੇ ਵਿੱਚ ਫੈਕਟ ਲਿਖਾਂਗੇ, ਰੀਅਲ ਉਹਦੇ ਸਾਰੀ ਰਿਐਲਿਟੀ ਹੀ ਲਿਖਾਂਗੇ ਨਾ, ਆਪਾਂ ਇਹ ਤਾਂ ਹੈ ਨਹੀਂ ਕਿ ਆਪਣੇ ਵੱਲੋਂ ਆਪਾਂ ਕੋਈ ਕਲਪਨਾ ਕਰਕੇ ਲਿਖ ਰਹੇ ਹਾਂ। ਸਾਡੀ ਕੋਈ ਹਿਸਟਰੀ ਹੈਗੀ, ਜਿਹੜੀ ਹਿਸਟਰੀ ਵੀ ਸਾਡੀ ਫੈਕਟਸ 'ਤੇ ਆਧਾਰਿਤ ਹੈਗੀ, ਤਾਂ ਉਹ ਵੀ ਰੀਅਲ ਇਵੈਂਟਸ ਹੀ ਲਿਖੇ ਜਾਂਦੀਆਂ। ਬੁੱਕਸ ਹੁੰਦੀਆਂ ਨੇ, ਟਰੈਵਲ ਗਾਈਡਸ ਹੁੰਦੇ ਨੇ, ਇਹ ਸਭ ਕੀ ਹੈ, ਸਾਡੀ ਜਿਹੜੀਆਂ ਹੈਗੀਆਂ ਨੇ ਉਹ ਰਿਐਲਿਟੀ 'ਤੇ ਆਧਾਰਿਤ ਹੁੰਦੇ ਨੇ, ਸਾਡੇ ਨੋਨ ਫਿਕਸ਼ਨ ਹੁੰਦੇ ਨੇ ਜਿਹੜੇ। ਨੈਕਸਟ ਹੈ ਡਰਾਮਾ। ਡਰਾਮਾ ਕੀ ਹੁੰਦਾ ਗਾ, ਆਪਾਂ ਦੇਖਿਆ ਗਾ, ਇਹ ਹੁੰਦਾ ਗਾ ਵੀ ਜਿਵੇਂ ਫਿਕਸ਼ਨਲ ਵੀ ਹੁੰਦਾ ਅਤੇ ਨੋਨ ਫਿਕਸ਼ਨਲ ਵੀ ਲਿਖਿਆ ਜਾਂਦਾ ਹੁੰਦਾ ਗਾ। ਠੀਕ ਹੈ, ਇਨ ਲਿਟਰੇਚਰ a drama is the portrayal of fictional and non-fictional events through the performance of written dialogues. ਇਹਦੇ ਵਿੱਚ ਕੀ ਹੁੰਦਾ,
ਇਹਦੇ ਵਿੱਚ ਫਿਕਸ਼ਨਲ ਵੀ ਹੁੰਦਾ ਹੈ, ਕਹਿੰਦੇ ਕਾਲਪਨਿਕ ਵੀ ਹੁੰਦਾ ਤੇ ਗੈਰ ਕਾਲਪਨਿਕ ਘਟਨਾਵਾਂ ਦਾ ਵੀ ਬਿਆਨ ਕੀਤਾ ਜਾਂਦਾ ਗਾ। ਇਹਦੇ ਵਿੱਚ ਕੀ ਹੈ, ਰਿਟਨ ਪਰਫਾਰਮੈਂਸ ਦਿੱਤੀ ਜਾਂਦੀ ਹੈਗੀ, ਰਿਟਨ ਦੇ ਵਿੱਚ ਸਾਨੂੰ ਡਾਇਲੌਗ ਦਿੱਤੇ ਜਾਂਦੇ ਨੇ, ਫਿਰ ਕੀ ਹੈਗਾ ਸਟੇਜ ਤੇ ਪਰਫਾਰਮ ਕੀਤਾ ਜਾਂਦਾ ਹੈਗਾ, ਡਰਾਮਾ ਹੁੰਦਾ ਜਿਹੜਾ। ਨੈਕਸਟ ਅਸੀਂ ਵੇਖਦੇ ਹਾਂ ਮੋਰਫੀਮ। ਮੋਰਫੀਮ ਕੀ ਹੁੰਦੇ ਨੇਗੇ, ਅੱਗੇ ਚੱਲ ਪਏ ਸਾਡੇ ਇਹ। Morpheme is the smallest linguistic part of a word that can have a meaning। ਇਹਦਾ ਕੀ ਹੈਗਾ, ਮੋਰਫੀਮ ਕੀ ਹੁੰਦਾ, ਸਭ ਤੋਂ ਛੋਟੀ ਇਕਾਈ ਹੁੰਦੀ ਹੈ ਭਾਸ਼ਾ ਦੀ, ਸਭ ਤੋਂ ਛੋਟੀ ਇਕਾਈ ਹੁੰਦੀ ਹੈ ਜਿਹਦਾ ਕਿ ਆਪਣਾ ਮੀਨਿੰਗ ਹੁੰਦਾ ਗਾ, ਠੀਕ ਹੈ। ਇਟ ਇਜ਼ ਦ ਸਮੋਲੈਸਟ ਮੀਨਿੰਗਫੁਲ ਪਾਰਟ ਆਫ ਅ ਵਰਡ, ਕਹਿੰਦੇ ਇਹ ਮਤਲਬ ਸਭ ਤੋਂ ਛੋਟਾ ਤੇ ਅਰਥਪੂਰਨ ਪਾਰਟ ਹੁੰਦਾ ਗਾ ਸਾਡੇ ਸ਼ਬਦਾਂ ਦਾ, ਸਾਡੇ ਸੈਂਟੈਂਸ ਦਾ ਕੀ ਹੈਗਾ, ਅਰਥਪੂਰਨ ਪਾਰਟ ਹੁੰਦਾ ਗਾ ਜਿਹੜਾ, ਉਹਨੂੰ ਅਸੀਂ ਕੀ ਕਹਿੰਦੇ ਹਾਂ ਜੀ, ਮੋਰਫੀਮ ਕਹਿੰਦੇ, ਠੀਕ ਹੈ। ਇਹਦੇ ਵਿੱਚ ਮੇਨ ਚੀਜ਼ ਕੀ ਹੈਗੀ, ਇੱਕ ਤਾਂ ਇਹ ਸਮੋਲੈਸਟ ਯੂਨਿਟ ਹੁੰਦੀ ਹੈਗੀ, ਦੂਜਾ ਕੀ ਹੈ ਇਹ ਮੀਨਿੰਗ ਹੁੰਦਾ ਇਹਦਾ, ਇਹ ਮੀਨਿੰਗਫੁਲ ਹੁੰਦੀ ਹੈ ਪੂਰੀ ਤਰ੍ਹਾਂ ਨਾਲ, ਠੀਕ ਹੈ। ਜਿਵੇਂ ਆਪਾਂ ਦੇਖੋ ਜੀ ਅਨਬ੍ਰੇਕੇਬਲ ਹੈ, ਠੀਕ ਹੈ, ਅਨਬ੍ਰੇਕੇਬਲ ਤਾਂ ਇਹਦਾ ਕੀ ਅਲੱਗ-ਅਲੱਗ ਮੀਨਿੰਗ ਹੈ। ਅਨ ਦਾ ਆਪਣਾ ਮੀਨਿੰਗ ਹੈਗਾ, ਬ੍ਰੇਕ ਦਾ ਆਪਣਾ ਮੀਨਿੰਗ ਹੈਗਾ, ਏਬਲ ਦਾ ਆਪਣਾ, ਠੀਕ ਹੈ। ਅਨਬ੍ਰੇਕੇਬਲ ਤਾਂ ਇਹਦਾ ਜੇ ਅਸੀਂ ਇਹਨੂੰ ਤੋੜ ਕੇ ਵੇਖ ਰਹੇ ਹਾਂ ਪਾਰਟਸ ਦੇ ਵਿੱਚ ਤਾਂ ਵੀ ਇਹਦਾ ਮੀਨਿੰਗ ਹੈਗਾ, ਜੇ ਇਹਨੂੰ ਅਸੀਂ ਕੰਬਾਈਨ ਕਰ ਰਹੇ ਹਾਂਗੇ ਸਾਰੇ ਸ਼ਬਦਾਂ ਨੂੰ ਤਾਂ ਵੀ ਇਹਨਾਂ ਦਾ ਮੀਨਿੰਗ ਬਣਦਾ। ਇਟ ਮੀਨਸ ਇਹ ਕੀ ਨੇ, ਮੋਰਫੀਮ ਨੇ ਜਿਹੜੇ ਇਹਨਾਂ ਦਾ ਆਪਣਾ ਮੀਨਿੰਗ ਹੁੰਦਾ ਗਾ। ਜਿੱਦਾਂ ਅਸੀਂ ਦੇਖਦੇ ਟੂਡੇ, ਟੂਡੇ ਹੁੰਦਾ, ਟੂਡੇ ਦਾ ਕੀ ਹੈਗਾ, ਟੂ ਪਲੱਸ ਡੇ ਹੈ ਨਾ, ਟੂ ਕੀ ਹੈ ਸਾਡਾ ਇੱਕ ਪ੍ਰੈਪੋਜੀਸ਼ਨ ਹੈ, ਡੇ ਕੀ ਹੈਗਾ ਇੱਕ ਨਾਊਨ ਹੈ ਨਾ, ਤਾਂ ਇਹ ਕੀ ਬਣ ਗਿਆ, ਪ੍ਰੈਪੋਜੀਸ਼ਨ ਤੇ ਨਾਊਨ ਨੂੰ ਮਿਲਾ ਕੇ ਟੂਡੇ ਬਣਿਆ ਹੋਇਆ ਹੈਗਾ, ਤਾਂ ਇਹ ਅਲੱਗ ਤੋਂ ਮੋਰਫੀਮ ਹੈਗਾ, ਇਹ ਅਲੱਗ, ਇਹਨਾਂ ਦਾ ਆਪੋ ਆਪਣਾ ਕੀ ਹੈ ਮੀਨਿੰਗ ਵੀ ਹੈਗਾ ਗਾ। ਅੱਗੇ ਦੇਖਣਾ ਫੋਨੀਮ। ਫੋਨੀਮ ਕਿਹਦੇ ਨਾਲ ਰਿਲੇਟਡ ਹੁੰਦੇ ਨੇ ਜੀ, ਸਾਊਂਡ ਨਾਲ ਰਿਲੇਟਡ ਹੁੰਦੇ ਨੇਗੇ, ਠੀਕ ਹੈ। ਅ ਫੋਨੀਮ ਇਜ਼ ਦਾ ਸਮੋਲੈਸਟ ਯੂਨਿਟ ਆਫ ਸਾਊਂਡ, ਅਰਾਊਂਡ ਨਹੀਂ ਸਾਊਂਡ। ਫੋਨੀਮ ਕੀ ਨੇ ਜੀ, ਇਹ ਸਾਊਂਡ ਦੀ ਸਮੋਲੈਸਟ ਯੂਨਿਟ ਨੇ, ਜਿਵੇਂ ਅਸੀਂ ਉਹ ਵਰਡ ਦੀ ਦੇਖਿਆ ਸੀ ਨਾ, ਇਹ ਸਭ ਤੋਂ ਛੋਟੀ ਯੂਨਿਟ ਹੁੰਦੇ ਨੇ ਸਾਊਂਡ ਦੀ। ਦੈਟ ਡਿਸਟਿੰਗੁਇਸ਼ਸ ਵਨ ਵਰਡ ਫਰੋਮ ਅਨਦਰ ਵਰਡ ਇਨ ਦਾ ਲੈਂਗੁਏਜ। ਲੈਂਗੁਏਜ ਦੇ ਵਿੱਚ ਕਹਿੰਦੇ ਇੱਕ ਸ਼ਬਦ ਨੂੰ ਦੂਜੇ ਸ਼ਬਦ ਤੋਂ ਅਲੱਗ ਕਰਦੇ ਨੇ, ਵੱਖ ਕਰਦੇ ਨੇਗੇ, ਜਿਹੜੇ ਸਾਊਂਡ ਦੇ ਆਧਾਰਿਤ ਹੁੰਦੇ ਨੇਗੇ, ਠੀਕ ਹੈ। ਜਿਵੇਂ ਅਸੀਂ ਦੇਖੋ ਜੀ ਪੈਟ, ਬੈਟ, ਤਾਂ ਪੈਟ ਦੇ ਵਿੱਚ ਇਹਨਾਂ ਦਾ ਕੀ ਹੈਗਾ, ਕੀ ਸਾਊਂਡ ਨਿਕਲ ਗਿਆ, ਇਹ ਪੀ ਅਲੱਗ ਤੋਂ ਨਾ, PAT BAT, ਤਾਂ ਪੀ ਤੇ ਬੀ ਕੀ ਨੇਗੇ, ਇਹ ਫੋਨੀਮਸ ਨੇਗੇ, ਠੀਕ ਹੈ। ਇਹਨਾਂ ਦਾ ਕੋਈ ਆਪਣਾ ਮੀਨਿੰਗ ਨਹੀਂ ਹੁੰਦਾ ਹੈਗਾ ਗਾ, ਮਤਲਬ ਬਟ ਇਹ ਦੂਜੇ ਨੂੰ ਕੀ ਇੱਕ ਸ਼ਬਦ ਤੋਂ ਦੂਜੇ ਸ਼ਬਦ ਨੂੰ ਅਲੱਗ ਜ਼ਰੂਰ ਕਰ ਰਹੇ ਹੁੰਦੇ ਨੇਗੇ। ਜਿਵੇਂ ਕਿਲ, ਟਿਲ, ਪਿੱਛੇ ਦਾ ਤਿੰਨੋਂ ਸ਼ਬਦ ਇੱਕੋ ਜਿਹੇ ਨੇ, ਇਹ ਵੀ ਇੱਕੋ ਜਿਹੇ ਨੇਗੇ, ਬਟ ਇੱਧਰ ਕੇ ਤੇ ਇੱਧਰ ਟੀ, ਇਹਨਾਂ ਦੋਵਾਂ ਨੇ ਕੀ ਕਰਤਾ, ਅਲੱਗ ਕਰਤਾ ਹਨਾ, ਉਹਨਾਂ ਨੂੰ ਵੱਖ-ਵੱਖ ਕਰਤਾ। ਇਸ ਤਰ੍ਹਾਂ ਨਾਲ ਡਿਸਟਿੰਗੁਇਸ਼ ਕਰ ਦਿੰਦੇ ਨੇਗੇ ਇਹ ਵਰਡਸ ਨੂੰ ਇੱਕ ਦੂਜੇ ਤੋਂ। ਫੋਨੀਮਸ ਆਰ ਮੀਨਿੰਗਲੈਸ, ਇਹ ਕਹਿੰਦੇ ਮੀਨਿੰਗਲੈਸ ਹੁੰਦੇ ਨੇ, ਇਹਨਾਂ ਦਾ ਆਪਣਾ ਕੋਈ ਵੀ ਮੀਨਿੰਗ ਨਹੀਂ ਹੁੰਦਾ। ਜਿਸ ਤਰ੍ਹਾਂ ਅਸੀਂ ਦੇਖਿਆ ਮੋਰਫੀਮਸ ਹੁੰਦੇ ਨੇ ਜਿਹੜੇ, ਉਹਨਾਂ ਦਾ ਆਪੋ ਆਪਣਾ ਮੀਨਿੰਗ ਹੁੰਦਾ, ਜੇ ਉਹਨਾਂ ਨੂੰ ਅਸੀਂ ਤੋੜ ਕੇ ਪੜ੍ਹ ਰਹੇ ਹਾਂ ਫਿਰ ਵੀ ਉਹਨਾਂ ਦਾ ਆਪਣਾ ਅਲੱਗ ਮੀਨਿੰਗ ਨਿਕਲ ਰਿਹਾ, ਜੇ ਉਹਨਾਂ ਨੂੰ ਕੰਬਾਈਨ ਕਰਕੇ ਅਸੀਂ ਜੋੜ ਕੇ ਪੜ੍ਹ ਰਹੇ ਹਾਂ ਫਿਰ ਵੀ ਉਹਨਾਂ ਦਾ ਜਿਹੜਾ ਹੈਗਾ ਮੀਨਿੰਗ ਉਹ ਨਿਕਲ ਰਿਹਾ ਹੈਗਾ। ਉਸ ਤੋਂ ਬਾਅਦ ਦੇਖਦੇ ਹਾਂ ਜੀ ਅਸੀਂ ਪੈਰਾਡੌਕਸ। ਪੈਰਾਡੌਕਸ ਕੀ ਹੁੰਦੇ ਨੇਗੇ, ਇਹ ਇੱਕ ਤਰ੍ਹਾਂ ਨਾਲ ਇਹ ਹੁੰਦੇ ਨੇ ਕਿ ਮਤਲਬ ਇੱਕ ਦੋ ਪਾਰਟ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਨੂੰ ਅਲੱਗ ਲੱਗ ਰਹੇ ਹੁੰਦੇ ਨੇਗੇ, ਠੀਕ ਹੈ। ਉਹਨਾਂ ਦਾ ਕੋਈ ਆਪਸ 'ਚ ਤਾਲਮੇਲ ਨਹੀਂ ਹੁੰਦਾ, ਬਟ ਉਹਨਾਂ ਨੂੰ ਯੂਜ਼ ਕਰ ਰਹੇ ਹਾਂ ਅਸੀਂ। ਅ ਸਿਚੁਏਸ਼ਨ ਔਰ ਸਟੇਟਮੈਂਟ ਵਿਦ 2 or more ਪਾਰਟਸ ਦੈਟ ਸੀਮ ਸਟੋਰੇਜ ਸਟ੍ਰੇਂਜ ਆਏਗਾ ਇੱਥੇ, ਔਰ ਇੰਪੋਸੀਬਲ ਟੂਗੇਦਰ, ਠੀਕ ਹੈ। ਕੋਈ ਵੀ ਇਹੋ ਜਿਹੀ ਸਿਚੁਏਸ਼ਨ ਜਾਂ ਕੋਈ ਵੀ ਸਟੇਟਮੈਂਟ ਜਿਹੜੀ ਅਸੀਂ ਬੋਲ ਰਹੇ ਹਾਂ ਕੁਛ ਵੀ, ਜਿਵੇਂ ਜਿਹੜਾ ਕੀ ਹੈਗਾ ਇੱਕ ਦੋ ਪਾਰਟਸ ਅਸੀਂ ਅਜਿਹੇ ਕੰਬਾਈਨ ਕਰ ਦਿੰਦੇ ਹੈਗੇ ਜਿਹੜੇ ਕੀ ਲੱਗਦੇ ਸਾਨੂੰ ਸਟ੍ਰੇਂਜ ਲੱਗਦੇ ਨੇਗੇ, ਤੇ ਅਸੀਂ ਇਕੱਠੇ ਜੋੜ ਕੇ ਉਹਨਾਂ ਨੂੰ ਪੜ੍ਹ ਹੀ ਨਹੀਂ ਸਕਦੇ, ਇੰਪੋਸੀਬਲ ਹੁੰਦਾ ਗਾ ਉਹਨਾਂ ਨੂੰ ਇਕੱਠੇ ਜੋੜਨਾ, ਬਟ ਅਸੀਂ ਫਿਰ ਵੀ ਉਹਨਾਂ ਨੂੰ ਯੂਜ਼ ਕਰਦੇ ਹਾਂਗੇ, ਠੀਕ ਹੈ। ਜਿਵੇਂ ਐਗਜ਼ਾਮਪਲ ਦੇਖੋ, ਹੀ ਇਜ਼ ਅ ਵਾਈਜ਼ ਫੂਲ। ਵਾਈਜ਼ ਮਤਲਬ ਬੁੱਧੀਮਾਨ, ਫੂਲ ਮਤਲਬ ਮੂਰਖ, ਕਹਿੰਦੇ ਉਹ ਕੀ ਇੱਕ ਬੁੱਧੀਮਾਨ ਮੂਰਖ ਹੈਗਾ, ਤਾਂ ਇਹ ਗੱਲ ਤਾਂ ਬਣੀ ਨਹੀਂ ਹੈਗੀ ਕਿ ਜੁੜੇ ਤਾਂ ਨਹੀਂ ਹੈਗੇ, ਬੁੱਧੀਮਾਨ ਅਲੱਗ ਚੀਜ਼, ਵਾਈਜ਼ ਹੋਣਾ ਅਲੱਗ ਚੀਜ਼ ਹੈ, ਫੂਲ ਹੋਣਾ ਅਲੱਗ ਚੀਜ਼ ਹੈ, ਤਾਂ ਇਹ ਕੀ ਹੈ ਸਾਨੂੰ ਸਟ੍ਰੇਂਜ ਲੱਗ ਰਹੇ ਨੇ, ਹੈ ਨਾ। ਇਹ ਇੰਪੋਸੀਬਲ ਆ ਵੀ ਇਹਨਾਂ ਨੂੰ ਇਕੱਠੇ ਯੂਜ਼ ਕੀਤਾ ਜਾਵੇ, ਇੱਕ ਟਾਈਮ ਤੇ ਇੱਕ ਬੰਦਾ ਨਾ ਤਾਂ ਟੋਟਲੀ ਵਾਈਜ਼ ਹੋ ਸਕਦਾ, ਨਾ ਹੀ ਟੋਟਲੀ ਫੂਲ, ਮਤਲਬ ਕਿ ਨਾ ਹੀ ਉਹ ਵਾਈਜ਼ ਫੂਲ ਤਾਂ ਨਹੀਂ ਹੋ ਸਕਦਾ ਵੀ ਹਾਂ ਥੋੜ੍ਹਾ ਜਿਹਾ ਬੁੱਧੀਮਾਨ ਵੀ ਹੈਗਾ, ਥੋੜ੍ਹਾ ਜਿਹਾ ਫੂਲ ਵੀ ਹੈਗਾ, ਬਟ ਉਹਨੂੰ ਕੀ ਯੂਜ਼ ਕੀਤਾ ਜਾ ਰਿਹਾ, ਕਹਿੰਦੇ ਹੀ ਇਜ਼ ਅ ਵਾਈਜ਼ ਫੂਲ, ਉਹ ਇੱਕ ਬੁੱਧੀਮਾਨ ਮੂਰਖ ਹੈ। ਜਿਵੇਂ ਕਿ ਉਹਦੇ ਲਈ ਯੂਜ਼ ਕੀਤਾ ਜਾਂਦਾ, MBT ਲਈ ਯੂਜ਼ ਕੀਤਾ ਜਾਂਦਾ ਸੀ ਮੂਰਖ ਰਾਜਾ, ਹੈ ਨਾ, ਜਾਂ ਪੜ੍ਹਿਆ ਲਿਖਿਆ ਮੂਰਖ ਰਾਜਾ ਕਿਹਾ ਜਾਂਦਾ ਸੀ, ਤਾਂ ਪੜ੍ਹਿਆ ਲਿਖਿਆ ਵੀ ਮੂਰਖ ਰਾਜਾ ਵੀ ਅਲੱਗ ਤੋਂ ਸੀ ਇਹ। ਜਿਵੇਂ ਕਿ ਟਰੁੱਥ ਇਜ਼ ਹਨੀ ਵਿਚ ਇਜ਼ ਬਿਟਰ, ਹੁਣ ਦੇਖੋ ਜੀ ਟਰੁੱਥ ਸੱਚ ਕੀ ਕਹਿੰਦੇ ਨੇ, ਕੜਵਾ ਸੱਚ ਹੈ ਜਿਹਨੂੰ ਕਹਿੰਦੇ ਨੇ, ਹੈ ਨਾ। ਇਹ ਇੱਕ ਕਹਾਵਤ ਹੈਗੀ, ਕਹਿੰਦੇ ਟਰੁੱਥ ਇਜ਼ ਹਨੀ ਵਿਚ ਇਜ਼ ਬਿਟਰ। ਹਨੀ ਕੀ ਹੁੰਦਾ ਜੀ, ਸ਼ਹਿਦ ਹੁੰਦਾ, ਬਿਟਰ ਮਤਲਬ ਕੀ ਹੁੰਦਾ, ਕੌੜਾ। ਸ਼ਾਇਦ ਕਦੇ ਵੇਖਿਆ ਹੈਗਾ ਵੀ ਕੌੜਾ ਹੋ ਸਕਦਾ, ਸ਼ਾਇਦ ਤਾਂ ਮਿੱਠਾ ਹੀ ਹੁੰਦਾ ਗਾ, ਤਾਂ ਕੀ ਹੈਗਾ ਕਹਿੰਦੇ ਸੱਚ ਕੀ ਇੱਕ ਕੌੜਾ ਸੱਚ ਹੁੰਦਾ ਗਾ ਇਹ, ਹੈ ਨਾ, ਵੀ ਸ਼ਾਇਦ ਇੱਕ ਟਰੁੱਥ ਹੈ ਜਿਹੜਾ ਇੱਕ ਸ਼ਾਇਦ ਹੈਗਾ, ਬਟ ਕੀ ਹੈਗਾ ਕੜਵਾ ਗਾ। ਹੁਣ ਸ਼ਾਇਦ ਕੌੜਾ ਨਹੀਂ ਹੁੰਦਾ ਗਾ, ਤਾਂ ਇਹ ਗੱਲ ਅਲੱਗ ਨੇਗੇ ਦੋਨੋਂ। ਇੰਪੋਸੀਬਲ ਆ ਵੀ ਉਹ ਸ਼ਾਇਦ ਕੌੜਾ ਹੋ ਸਕਦਾ, ਬਟ ਕੀ ਇਹਨੂੰ ਕੀ ਆਪਾਂ ਇੱਕ ਤਰ੍ਹਾਂ ਨਾਲ ਕਹਾਵਤ ਬਣੀ ਹੋਈ ਹੈਗੀ, ਹੈ ਨਾ,
ਤਾਂ ਇਹ ਕੀ ਚੀਜ਼ ਹੈ, ਇਹ ਪੈਰਾਡਾਕਸ ਹੁੰਦੇ ਨੇਗੇ। ਠੀਕ ਹੈ, ਜਿਹੜੇ ਅਲੱਗ-ਅਲੱਗ ਲੱਗਦੇ ਹੋਏ ਵੀ ਅਸੀਂ ਇਕੱਠੇ ਯੂਜ਼ ਕਰਦੇ ਹਾਂ ਕਿ ਉਹਨਾਂ ਨੂੰ ਅਸੀਂ ਪੈਰਾਡਾਕਸ ਕਹਿੰਦੇ ਹਾਂਗੇ। ਚਲੋ ਜੀ, ਆਪਣੀ ਕਲਾਸ ਅੱਜ ਖਤਮ ਹੁੰਦੀ ਹੈ। ਇੱਕ ਵਾਰ ਆਪਾਂ ਰਿਵੀਜ਼ਨ ਲੈ ਲੈਂਦੇ ਇਹਨਾਂ ਦੀ ਜਿਹੜਾ ਅੱਜ ਕੀਤਾ। ਐਲੇਜੀ ਇਹ ਕੀ ਹੁੰਦਾ ਗਾ, ਅਸੀਂ ਦੇਖ ਕੇ ਗਏ ਕਿ ਇੱਕ ਸੈਡ ਪੋਇਮ ਹੁੰਦੀ ਹੈ ਕਿ ਜਿਹੜੀ ਕੋਈ ਜੇ ਕਿਸੇ ਦੀ ਡੈਥ ਹੋ ਚੁੱਕੀ ਆ ਤਾਂ ਉਹਦੀ ਯਾਦ ਦੇ ਵਿੱਚ ਹੈ ਨਾ ਲਿਖਿਆ ਜਾਂਦਾ। ਜੋ ਵੀ ਇਮੋਸ਼ਨਲ ਪੋਇਮ ਹੁੰਦੀ ਹੈਗੀ ਇਹ ਕਿਸੇ ਦੀ ਯਾਦ ਦੇ ਵਿੱਚ ਲਿਖਣਾ, ਉਹ ਐਲੇਜੀ ਬੋਲਿਆ ਜਾਂਦਾ, ਉਹਨੂੰ ਸੈਡ ਪੋਇਮ। ਫਿਰ ਅਸੀਂ ਦੇਖਿਆ ਕ੍ਰਿਓਲ। ਕ੍ਰਿਓਲ ਕੀ ਹੁੰਦਾ ਗਾ, ਅਲੱਗ-ਅਲੱਗ ਤਰ੍ਹਾਂ ਦੀਆਂ ਲੈਂਗੁਏਜਸ ਦੇ ਮਿਕਸਚਰ ਤੋਂ ਇੱਕ ਨਵੀਂ ਲੈਂਗੁਏਜ ਬਣ ਜਾਂਦੀ ਹੈ। ਠੀਕ ਹੈ, ਜਿਹੜੀ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਬੋਲੀ ਜਾਂਦੀ ਆ। ਜਿਵੇਂ ਅਸੀਂ ਵੇਖਿਆ ਸੀ ਕਿ ਦੋ ਅਜਨਬੀ ਹੁੰਦੇ ਨੇਗੇ, ਠੀਕ ਹੈ, ਉਹ ਇੱਕ ਦੂਜੇ ਦੀ ਲੈਂਗੁਏਜ ਨਹੀਂ ਜਾਣਦੇ ਹੁੰਦੇ, ਬਟ ਉਹ ਥੋੜ੍ਹੀ ਬਹੁਤੇ ਇਹੋ ਜਿਹੇ ਸ਼ਬਦ ਸਿੱਖ ਲੈਂਦੇ ਨੇ ਕਿ ਇੱਕ ਦੂਜੇ ਨੂੰ ਸਮਝਾ ਪਾਉਣ ਦੇ ਸਮਰੱਥ ਹੋ ਜਾਂਦੇ ਨੇ। ਫਿਰ ਅਸੀਂ ਡਾਇਲੈਕਟ ਦੇਖਿਆ। ਇਹ ਉਪਭਾਸ਼ਾ ਹੁੰਦੀ ਹੈ, ਕਿਸੇ ਵੀ ਏਰੀਆ ਦੀ ਆਪਣੀ ਉਪਭਾਸ਼ਾ ਹੈਗੀ ਆ ਨਾ, ਹਰ ਇੱਕ ਕੰਟਰੀ ਦੇ ਵਿੱਚ ਬਹੁਤੀਆਂ ਉਪਭਾਸ਼ਾਵਾਂ ਨੇ ਆਪਣੀਆਂ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂਗੇ, ਡਾਇਲੈਕਟ ਬੋਲਦੇ ਹਾਂਗੇ। ਫਿਰ ਲਿਰਿਕ ਵੇਖਿਆ ਸੀਗਾ। ਇਹ ਇੱਕ ਪੋਇਟਰੀ ਹੁੰਦੀ ਹੈ ਕਿ ਜਿਹੜੀ ਆਪਣੇ ਫੀਲਿੰਗਸ ਨੂੰ, ਇਮੋਸ਼ਨਸ ਨੂੰ ਫਸਟ ਪਰਸਨ ਦੇ ਥਰੂ ਕੀ ਹੈਗਾ ਉਹ ਐਕਸਪ੍ਰੈਸ ਕੀਤਾ ਜਾਂਦਾ ਹੈਗਾ ਪੋਇਟ ਦੇ ਦੁਆਰਾ। ਐਪਿਕ ਵੇਖਿਆ, ਇੱਕ ਲੌਂਗ ਪੋਇਮ ਹੁੰਦੀ ਹੈਗੀ। ਠੀਕ ਹੈ, ਇਹਦੇ ਵਿੱਚ ਕਿਸੇ ਵੀ ਹਿਸਟੋਰੀਕਲ ਹੀਰੋ ਦੀ, ਉਹਦੇ ਐਡਵੈਂਚਰਸ ਦੀ ਜਿਹੜੀ ਹੈਗੀ ਹੈ ਸਟੋਰੀ ਨੂੰ ਪੇਸ਼ ਕੀਤਾ ਜਾਂਦਾ ਹੈਗਾ ਐਪਿਕ ਦੇ ਵਿੱਚ। ਫਿਰ ਨੈਰੇਟਿਵ ਦੇਖਿਆ ਸੀ। ਇਹ ਔਰਲ ਵੀ ਹੋ ਸਕਦਾ ਤੇ ਇਹ ਰਿਟਨ ਵੀ ਹੋ ਸਕਦਾ, ਕੋਈ ਵੀ ਦੋਨੋਂ ਚੀਜ਼ਾਂ ਹੋ ਸਕਦੀਆਂ ਨੇ। ਇੱਕ ਤਰ੍ਹਾਂ ਨਾਲ ਸਟੋਰੀ ਪੇਸ਼ ਕੀਤੀ ਜਾਂਦੀ ਹੈ ਇਹਦੇ ਵਿੱਚ, ਨਰੇਟਿਵ ਦੇ ਵਿੱਚ। ਫਿਰ ਕਨਕਰੀਟ ਦੇ ਵਿੱਚ ਕੀ ਦੇਖਿਆ, ਇੱਕ ਤਰ੍ਹਾਂ ਨਾਲ ਕੋਈ ਪੈਟਰਨ ਬਣਾ ਦਿੱਤਾ ਜਾਂਦਾ। ਜੋ ਵੀ ਅਸੀਂ ਸਬਜੈਕਟ ਮੈਟਰ ਸਾਡਾ ਹੈਗਾ ਤਾਂ ਉਹਦੇ ਨਾਲ ਰਿਲੇਟਡ ਅਸੀਂ ਕੋਈ ਵੀ ਗ੍ਰਾਫਿਕ ਦੇ ਵਿੱਚ ਉਹਨੂੰ ਪੇਸ਼ ਕਰ ਰਹੇ ਹਾਂਗੇ ਜਾਂ ਉਹਨੂੰ ਕੋਈ ਵੀ ਪੈਟਰਨ ਦੇ ਰਹੇ ਹਾਂਗੇ ਉਹਦੇ ਨਾਲ ਦਾ ਮਿਲਦਾ ਜੁਲਦਾ, ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਜੀ, ਕਨਕਰੀਟ ਬੋਲ ਦਿੰਦੇ ਹਾਂ। ਠੀਕ ਹੈ, ਵੀ ਮਤਲਬ ਮੂਰਤ ਦੇ ਵਿੱਚ ਉਹੀ ਚੀਜ਼ ਸੇਮ ਉਹਨਾਂ ਨੂੰ ਵਿਖਾਈ ਜਾਂਦੀ ਹੈ ਜਿਹੜੇ ਤੇ ਅਸੀਂ ਬੋਲਣਾ ਗਾ। ਫਿਰ ਅਸੀਂ ਦੇਖਿਆ ਡਰਾਮੈਟਿਕ ਪੋਇਟਰੀ। ਇਹ ਕਿਹੜੀ ਹੁੰਦੀ ਹੈ ਕਿ ਕਿਸੇ ਵੀ ਪੋਇਟਰੀ ਨੂੰ ਇੱਕ ਡਰਾਮਾ ਦੇ ਰੂਪ ਵਿੱਚ ਲਿਖਿਆ ਜਾਂਦਾ ਗਾ, ਜਿਹੜਾ ਉਹਨੂੰ ਅਸੀਂ ਡਰਾਮੈਟਿਕ ਪੋਇਟਰੀ ਬੋਲਦੇ ਹਾਂ। ਦੈਨ ਅਸੀਂ ਦੇਖਿਆ ਸੀ ਪ੍ਰੋਜ਼। ਇਹ ਵੀ ਇੱਕ ਗ੍ਰਾਮੈਟੀਕਲ ਸਟਰਕਚਰ ਨੂੰ ਪੂਰੀ ਤਰ੍ਹਾਂ ਨਾਲ ਧਿਆਨ ਵਿੱਚ ਰੱਖ ਕੇ ਲਿਖਿਆ ਜਾਂਦਾ ਗਾ, ਹੈ ਨਾ, ਉਹਨੂੰ ਅਸੀਂ ਪ੍ਰੋਜ਼ ਕਹਿੰਦੇ ਹਾਂਗੇ। ਫਿਰ ਫਿਕਸ਼ਨ ਦੇਖਿਆ ਸੀ। ਇਹਦੇ ਵਿੱਚ ਸਟੋਰੀਜ਼ ਆਉਂਦੀਆਂ ਨੇ, ਨੋਵਲਸ ਆ ਜਾਂਦੇ ਨੇ ਜਿਹੜੇ ਕੀ ਹੈਗੇ ਰੀਅਲ ਨਹੀਂ ਹੁੰਦੇ, ਕਲਪਨਾ ਤੇ ਆਧਾਰਿਤ ਹੁੰਦੇ ਨੇ, ਕਾਲਪਨਿਕ ਤੱਥ ਹੁੰਦੇ ਨੇਗੇ, ਹੈ ਨਾ। ਸੌਰੀ, ਤੱਥ ਤਾਂ ਇਹਦੇ ਵਿੱਚ ਹੁੰਦੇ ਹੀ ਨਹੀਂ ਹੈਗੇ, ਜਸਟ ਇਮੈਜੀਨੇਸ਼ਨ ਦੇ ਆਧਾਰਿਤ ਜਿਹੜੀ ਵੀ ਸਟੋਰੀਜ਼ ਨੋਵਲਸ ਲਿਖੇ ਜਾਂਦੇ ਨੇ। ਨਾਨ ਫਿਕਸ਼ਨ ਆ ਗਿਆ, ਉਹਦੇ ਉਲਟਾ ਆ ਜਾਂਦਾ ਗਾ। ਇਹਦੇ ਵਿੱਚ ਫੈਕਟ ਹੁੰਦੇ ਨੇ, ਰੀਅਲ ਇਵੈਂਟਸ ਨੂੰ ਧਿਆਨ ਵਿੱਚ ਰੱਖ ਕੇ ਜੋ ਵੀ ਹੈਗਾ ਰਿਐਲਿਟੀ ਪੇਸ਼ ਕੀਤੀ ਜਾਂਦੀ ਹੈ ਨਾਨ ਫਿਕਸ਼ਨ ਦੇ ਵਿੱਚ। ਉਸ ਤੋਂ ਬਾਅਦ ਦੇਖਿਆ ਅਸੀਂ ਡਰਾਮਾ। ਡਰਾਮਾ ਕੀ ਹੁੰਦਾ ਜੀ, ਇਹ ਇੱਕ ਤਰ੍ਹਾਂ ਨਾਲ ਦੋਨੋਂ ਸਟੇਜ ਤੇ ਪਰਫਾਰਮ ਕਰਨ ਦੇ ਲਈ ਡਾਇਲੌਗ ਲਿਖੇ ਜਾਂਦੇ ਨੇ ਜਿਹੜੇ, ਹੈ ਨਾ, ਤਾਂ ਸਟੇਜ ਤੇ ਪਰਫਾਰਮ ਕੀਤਾ ਜਾਂਦਾ। ਇਹ ਫਿਕਸ਼ਨਲ ਵੀ ਹੁੰਦਾ ਗਾ ਤੇ ਨਾਨ ਫਿਕਸ਼ਨਲ ਵੀ ਹੁੰਦਾ। ਬਾਅਦ ਵਿੱਚ ਅਸੀਂ ਦੇਖਿਆ ਮੋਰਫੀਮ ਕੀ ਹੁੰਦਾ। ਮੋਰਫੀਮਸ ਕੀ ਹੁੰਦੇ ਨੇਗੇ, ਇੱਕ ਕਿਸੇ ਵੀ ਪਾਰਟ ਦੀ ਇੱਕ ਸਮੋਲੈਸਟ ਇਕਾਈ ਹੁੰਦੀ, ਯੂਨਿਟ ਹੁੰਦੇ ਨੇ। ਠੀਕ ਹੈ, ਜਿਨ੍ਹਾਂ ਦਾ ਆਪਣਾ ਮੀਨਿੰਗ ਹੁੰਦਾ ਗਾ। ਇਹ ਨਹੀਂ ਹੈਗਾ ਕਿ ਮੋਰਫੀਮ ਦੇ ਵਿੱਚੋਂ ਜੇ ਅਸੀਂ ਉਹਨਾਂ ਨੂੰ ਇਕੱਠੇ ਪੜ੍ਹ ਰਹੇ ਹਾਂ ਤਾਂ ਵੀ ਉਹਨਾਂ ਦਾ ਆਪਣਾ ਮੀਨਿੰਗ ਨਿਕਲ ਰਿਹਾ, ਜੇ ਉਹਨਾਂ ਨੂੰ ਅਸੀਂ ਅਲੱਗ-ਅਲੱਗ ਤੋੜ ਕੇ ਪੜ੍ਹ ਰਹੇ ਹਾਂ ਤੇ ਫਿਰ ਵੀ ਕੀ ਹੈ, ਉਹਨਾਂ ਦਾ ਆਪਣਾ ਮੀਨਿੰਗ ਹੈਗਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਫੋਨੀਮ ਕੀ ਹੁੰਦੇ ਨੇਗੇ। ਫੋਨੀਮ ਇੱਕ ਸਾਊਂਡ ਦੀ ਸਮੋਲੈਸਟ ਇਕਾਈ ਹੈ, ਜਿਸ ਤਰ੍ਹਾਂ ਨਾਲ ਉਹ ਬਰਡ ਦੀ ਸੀਗੀ ਸਮੋਲੈਸਟ ਯੂਨਿਟ, ਇਹ ਕੀ ਹੈਗੀ ਆਪਣੀ ਸਾਊਂਡ ਦੀ ਸਮੋਲੈਸਟ ਯੂਨਿਟ ਹੁੰਦੀ ਹੈਗੀ, ਜਿਹੜੀ ਕਿ ਇੱਕ ਨੂੰ ਦੂਸਰੇ ਸਾਊਂਡ ਤੋਂ ਸੈਂਟੈਂਸ ਨੂੰ, ਉਹਨਾਂ ਨੂੰ, ਵਰਡ ਨੂੰ ਅਲੱਗ-ਅਲੱਗ ਕਰਦੀ ਹੁੰਦੀ ਹੈ ਤੇ ਇਹਨਾਂ ਦਾ ਆਪਣਾ ਕੋਈ ਮੀਨਿੰਗ ਨਹੀਂ ਹੁੰਦਾ ਗਾ। ਹੁਣ ਜਿਵੇਂ ਅਸੀਂ ਦੇਖਿਆ ਪੀ ਹੈ ਇਕੱਲੀ, ਇੱਥੇ ਪੀ ਇਕੱਲੀ ਆਪਣਾ ਮੀਨਿੰਗ ਨਹੀਂ ਹੈਗਾ, ਇਕੱਲੀ ਬੀ ਦਾ ਆਪਣਾ ਮੀਨਿੰਗ ਨਹੀਂ ਹੈਗਾ, ਹੈ ਨਾ, ਕੇ ਦਾ ਕੋਈ ਆਪਣਾ ਮੀਨਿੰਗ ਨਹੀਂ, ਬਟ ਇਹਦੇ ਨਾਲ ਮਿਲ ਕੇ ਮੀਨਿੰਗ ਤਾਂ ਨਾ, ਤਾਂ ਇਹਨਾਂ ਦਾ ਆਪਣਾ ਮੀਨਿੰਗ ਨਹੀਂ ਹੁੰਦਾ, ਬਟ ਇਹਨਾਂ ਨੂੰ ਦੂਜੇ ਤੋਂ ਅਲੱਗ ਜ਼ਰੂਰ ਕਰ ਰਹੇ ਹੁੰਦੇ ਨੇ। ਦੈਨ ਅਸੀਂ ਦੇਖਿਆ ਪੈਰਾਡਾਕਸ। ਇਹ ਕੀ ਹੁੰਦਾ ਕਿ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈਗੀ ਜਿਹਦੇ ਵਿੱਚ ਇਕੱਠੇ ਇਹੋ ਜਿਹੇ ਸ਼ਬਦ ਯੂਜ਼ ਕਰਦੇ ਆਂਗੇ ਅਸੀਂ ਜਿਹੜੇ ਕਿ ਆਪਸ 'ਚ ਵਿਰੋਧੀ ਹੁੰਦੇ ਨੇਗੇ। ਠੀਕ ਹੈ, ਵਿਰੋਧਾਭਾਸ ਦਰਸਾਉਂਦੇ ਹੁੰਦੇ ਨੇ ਜਿਹੜੇ, ਉਹਨਾਂ ਨੂੰ ਅਸੀਂ ਪੈਰਾਡਾਕਸ ਬੋਲ ਦਿੰਦੇ ਆਂਗੇ। ਓਕੇ, ਥੈਂਕ ਯੂ। ਕਲਾਸ ਆਪਣੀ ਅੱਜ ਕੰਪਲੀਟ ਹੋਈ ਟਰਮਸ ਦੀ। ਕੱਲ੍ਹ ਆਪਾਂ ਕੰਟੀਨਿਊ ਕਰ ਦਿਆਂਗੇ ਨੈਕਸਟ। ਥੈਂਕ ਯੂ ਸੋ ਮਚ।